पंजाब सरकार मुर्दाबाद, नहीं चलेगी, चोर अजमाई नहीं चलेगी, नहीं चलेगी, नहीं चलेगी। डॉक्टर रितु जानी बदली रद्द करो, रद्द करो, रद्द करो। डॉक्टर रितु जानी बदली रद्द करो, रद्द करो, रद्द करो। फिर क्या साडे नाल किया जेड़ा मुलाजमां नाल कि ਅਸੀਂ ਗਾਂ ਨੂੰ ਤੁਹਾਨੂੰ ਤੰਗ ਨਹੀਂ ਕਰਦੇ, ਨਾ ਤੁਹਾਨੂੰ ਕੋਈ ਬੰਦੇ ਦਾ ਕਹੀਏ, ਨਾ ਤੁਹਾਨੂੰ ਕਿਸੇ ਦਾ ਕਹੀਏ। ਤੁਸੀਂ ਆਪਣੇ ਰੂਟੀਨ 'ਚ ਜੋ ਕੰਮ ਕਰਦੇ ਆ ਉਹ ਕਰੋ। ਮੈਂ ਬੀਇੰਗ ਐਮਐਲਏ ਮੇਰੇ ਕੋਲ ਸਿਫਾਰਸ਼ਾਂ ਆਉਣੀਆਂ ਸੀ, ਮੈਂ ਆਪਣਿਆਂ ਬੰਦਿਆਂ ਨੂੰ ਹੀ ਕਹਿਣਾ ਹੁੰਦਾ। ਜੇ ਮੇਰੀ ਕੋਈ ਸੁਣਵਾਈ ਨਹੀਂ ਹੁੰਦੀ, ਤੁਹਾਨੂੰ ਆਪਣੀ ਪ੍ਰੋਬਲਮ ਦਾ ਤਾਂ ਪਤਾ, ਮੈਨੂੰ ਦੱਸੋ, ਮੈਂ ਕੱਲ੍ਹ ਨੂੰ ਉਹਨਾਂ ਕੋਲ ਹਾਂਗਕਾਂਗ ਜਾਣਾ। ਇਹਦੇ ਕੋਈ ਬੰਦੇ ਹਾਂਗਕਾਂਗ ਦੇ ਨਹੀਂ ਹੈਗੇ, ਇਹ ਆਪਣੇ ਮੋਗੇ ਦੇ ਸਾਰੇ ਸਿਟੀਜ਼ਨ ਆ, ਪੰਜਾਬ ਦਾ, ਇੰਡੀਆ ਦਾ ਪਾਸਪੋਰਟ ਹੋਲਡਰ ਹੈ। बेचारे हम जो आप मोगे उन्होंने दबका नहीं करेंगे, बेचारे कितने कोई दबका नहीं चलो मैं कल मान ली, मैं तो मान ली गल जी, मान ली जी, मैं तो ਤੁਹਾਨੂੰ ਆਪਦਾ ਦੁੱਖ ਦੱਸਦਾ, ਤੁਸੀਂ ਆਪਦਾ ਦੱਸੀ ਜਾਂਦੇ। मैं तो मान ली हमारा भी दुख सुनना ही पड़ेगा, हमने भी आपको वोट दिया है। कोई गल नहीं मैडम, मैं तो फिर खड़ा हाँ जी, ਤੁਹਾਨੂੰ 4 ਵਾਰੀ ਅਪੋਲੋਜਾइज कहता, 4 वारी सॉरी कहता। और दसो ਇਹਦੇ ਉੱਤੇ मैं तो और तो किसी को हमने ये नहीं कहा कि हम आपका नहीं करेंगे या कुछ भी। हमने कहा भाई हमारे पास नहीं है कैपेसिटी, हम नहीं कर सकते। ਤੁਹਾਨੂੰ मैं 4 वारी कहता, 4 वारी अपोलोजाइज कहता। और दसो की ਤੁਹਾਨੂੰ ਸਿਰਫ ਪਰੇਸ਼ਾਨੀ ਦੱਸਦਾ ਕਿ ਉਹ ਕਿਵੇਂ ਬਿਹੇਵ ਕਰ ਰਹੇ ਆ ਕਿਸ ਸਟੈਪ 'ਚ। ਇਹ ਜਿਹੜਾ ਬੋਲਦਾ ਪਿਆ ਇਹ ਵੀ ਡਾਕਟਰ ਆ, ਮੇਰਾ ਕਲਾਸ ਫੈਲੋ ਹੈ ਔਰ ਬਿਜ਼ਨਸਮੈਨ ਹੈ। ਜਿਹੜੀ ਕੋਈ ਇੱਦਾਂ ਬੇਵਕੂਫ ਬਦਤਮੀਜ਼ ਨਹੀਂ, ਉਹ ਇਹਦੇ 'ਤੇ ਸਟ੍ਰੈਸ ਹੈ, ਇਹਦਾ ਮੇਰੇ 'ਤੇ। ਮੈਡਮ ਮੈਂ 11 ਕੋਈ ਗੱਲ ਹੈਗੀ ਆ, ਉਹਦਾ ਆਪਾਂ ਕੋਈ ਸਲੂਸ਼ਨ ਲੱਭਦੇ ਹਾਂ। ਪਰ ਮੈਂ ਉਹਨਾਂ ਦੀ ਮਜਬੂਰੀ ਆ, ਵਿਚਾਰੇ 6-6 ਮਹੀਨੇ ਹੋ ਗਏ ਆਪਦੇ ਬੱਚਿਆਂ ਤੋਂ, ਆਪਦੇ ਪਰਿਵਾਰਾਂ ਤੋਂ ਦੂਰ ਬੈਠੇ ਆ, ਤੇ ਉਹਨਾਂ ਨੇ ਕੰਡੀਸ਼ਨ ਲਾਤੀ। ਹੁਣ ਉਹ पर सर अगर आपका जो असिस्टेंट है, जो भी एपी है, अगर वो इस तरह ना बोलता, मेरा पीए नहीं हैगा, मेरा क्लास फेलो है, डॉक्टर है, हांगकांग तो हाँ। ਉਹਨੂੰ ਸਾਰਾ ਪ੍ਰੈਸ਼ਰ ਉਹਦੇ ਤੇ ਬਿਲਟ ਹੋ ਜਾਂਦਾ, ਉਹ ਮੇਰੇ ਤੇ ਪਾ ਦਿੰਦਾ। ਮੈਡਮ ਮੈਂ 4th ਕਲਾਸ ਹਾਂ, ਮੈਂ 4th ਕਲਾਸ ਹਾਂ ਜੀ, ਤੁਸੀਂ 1st ਕਲਾਸ ਹੈ। ਮੈਂ 4 ਵਾਰੀ ਤੁਹਾਨੂੰ ਸੌਰੀ ਤੇ ਅਪੋਲੋਜਾਈਜ਼ ਕਹਿਤਾ, ਮੈਂ 4th ਕਲਾਸ ਹਾਂ। मैडम को प्रॉब्लम है तो ऐसे में काम क्या ऐसे में काम क्या अभी अपने बंदे को समझाइए। आप वजह बंदे लाइन लग मेरी गल समझे ना क्या की मेरी गल समझे। मैं तो एक उन्होंने उसी की जवाब दी थी नहीं तुसी मेरी मैं सिर्फ एक ही ना मैं वो मेरे 10 रुपए पर्ची कटा के चलो मैं सॉरी ਤੁਸੀਂ ਆਪਣੇ ਜਵਾਬ ਦੇਵਾਂ। ਮੈਂ ਇੱਕ ਗੱਲ ਸਪਸ਼ਟ ਕਰਨਾ ਚਾਹੁੰਦਾ ਕਿ ਮੋਗੇ ਦੇ ਐਮਐਲਏ ਨੇ ਅੱਜ ਇੱਕ ਬਿਆਨ ਦਿੱਤਾ ਕਿ ਮੁੱਦਾ ਰਾਜਨੀਤਿਕ ਬਣ ਗਿਆ ਕਿਸੇ ਅਖਬਾਰ 'ਚ। ਅਸੀਂ ਪੜ੍ਹਿਆ, ਇਹ ਕੋਈ ਬਿਲਕੁਲ ਰਾਜਨੀਤਿਕ ਮੁੱਦਾ ਨਹੀਂ। ਅਸੀਂ ਸਭ ਪੋਲੀਟੀਕਲ ਪਾਰਟੀਆਂ, ਈਵਨ ਕਾਂਗਰਸ ਪਾਰਟੀ ਨੂੰ ਤੋਂ ਉਮੀਦ ਰੱਖਦੇ ਹਾਂ, ਕਾਂਗਰਸ ਪਾਰਟੀ ਤੋਂ ਵੀ ਉਮੀਦ ਰੱਖਦੇ ਹਾਂ ਕਿ ਉਹ ਆਪਣੇ ਐਮਐਲਏ ਨੂੰ ਮਾੜਾ ਮੋਟਾ ਅਕਲ ਦੇਣ, ਕਿਉਂਕਿ ਇਹ ਰਾਜਨੀਤਿਕ ਮੁੱਦਾ ਨਹੀਂ ਹੈ, ਸਾਰੇ ਡਾਕਟਰਾਂ ਦਾ ਮੁੱਦਾ ਹੈ। ਸਾਰੇ ਡਾਕਟਰ ਕਿਤੇ ਨਾ ਕਿਤੇ ਅਲੱਗ-ਅਲੱਗ ਰਾਜਨੀਤਿਕ ਪਾਰਟੀਆਂ ਦੀ ਹਮਾਇਤ ਕਰਦੇ ਆ, ਇਸ ਲਈ ਇਹ ਡਾਕਟਰ ਨੀਤੂ ਜੈਨ ਦਾ ਹੀ ਮੁੱਦਾ ਹੈ ਤੇ ਜਿਹੜੇ ਲੋਕ ਕੰਮ ਕਰਦੇ ਇਮਾਨਦਾਰ ਲੋਕਾਂ ਦਾ ਮੁੱਦਾ, ਇਹ ਬੇਈਮਾਨਾਂ ਦਾ ਮੁੱਦਾ ਨਹੀਂ। ਮਾਮਲਾ ਸਾਰਾ ਪ੍ਰੈਸ ਦੀ ਨੌਲੇਜ ਆ ਚੁੱਕਿਆ। 2 ਦਿਨ ਪਹਿਲਾਂ ਸਾਡੇ ਬੜੇ ਹੀ ਇੱਕ ਸੀਨੀਅਰ ਔਰ ਨੋਬਲ ਓਨੈਸਟ ਅਪਰਾਈਟ ਹਾਰਡ ਵਰਕਿੰਗ ਸਾਡੇ ਡਾਕਟਰ ਨੇ ਰਿਤੂ ਜੈਨ, ਉਹਨਾਂ ਨਾਲ ਇੱਕ ਪਬਲਿਕਲੀ ਉਹਨਾਂ ਦੀ ਧੱਕਾਸ਼ਾਹੀ ਉਹਨਾਂ ਨਾਲ ਹੋਈ ਆ ਪਬਲਿਕ ਵੱਲੋਂ। ਤੇ ਸਾਡੇ ਜਿਹੜੇ ਇੱਥੋਂ ਦੇ ਮੌਜੂਦਾ ਐਮਐਲਏ ਸਾਹਿਬ ਆ, ਉਹਨਾਂ ਦੀ ਸ਼ਹਿ 'ਤੇ ਔਰ ਉਹਨਾਂ ਦੀ ਹਾਜ਼ਰੀ ਵਿੱਚ ਜੋ ਉਹਨਾਂ ਨਾਲ ਬਦਸਲੂਕੀ ਹੋਈ ਆ ਔਰ ਉਸ ਨੂੰ ਕਵਰ ਕਰਦੇ ਹੋਏ ਰਾਤੋਂ ਰਾਤ ਡਾਕਟਰ ਸਾਹਿਬ ਦੀ ਇੱਥੋਂ ਮੋਗੇ ਤੋਂ ਬਦਲੀ ਕਰ ਦਿੱਤੀ ਗਈ ਆ। ਉਹਦੇ ਰੋਸ ਵਜੋਂ, ਉਹਦੇ ਪ੍ਰੋਟੈਸਟ ਵੱਲੋਂ ਸਾਰਾ ਜ਼ਿਲ੍ਹੇ ਮੋਗੇ ਦੇ ਜਿਹੜੇ ਜਿੰਨੇ ਵੀ ਸਿਹਤ ਮੁਲਾਜ਼ਮ ਨੇ, ਸਾਰੇ ਜਥੇਬੰਦੀਆਂ ਸਾਂਝੇ ਤੌਰ 'ਤੇ ਅੱਜ ਇੱਥੇ ਇਕੱਠੇ ਹੋਈਆਂ, ਰੋਸ ਪ੍ਰਗਟ ਕਰ ਰਹੇ ਹਾਂ ਤਾਂ ਕਿ ਇਹ ਜਿਹੜਾ ਕਰੋਨਾ ਮਹਾਮਾਰੀ ਦੌਰਾਨ ਸਾਨੂੰ ਜਿਹੜਾ ਇੱਕ ਸਾਡੇ ਗੱਲ 'ਚ ਹਾਰ ਪਾਇਆ ਗਿਆ ਸਰਕਾਰ ਵੱਲੋਂ, ਸਾਨੂੰ ਇਹ ਮਨਜ਼ੂਰ नहीं हैगा। ਅਸੀਂ अपना 12 बजे के 12-12:30 बजे के करीब अपना कोरोना टेस्ट करवाने के लिए आए थे। उनकी सैम्पलिंग हो गई थी, सैंपल ले लिए गए उनके। उसके बाद जब वो नीचे आए तो अब मुझे बुलाया गया, तो मैं जब उनके पास उधर पहुंची तो जो उनके साथ एक एमएलए साहब और एक उनके साथ डॉक्टर सुखजीत थे, उन लोगों ने मुझे कहा कि आप इंटरनेशनल ट्रैवलर्स का क्यों नहीं कर रहे हो, जो हमारी लिस्ट होती है वो उसको आपको उसको क्यों नहीं करके दे रहे हो ट्रू नेट पे। और अराउंड 30 पॉजिटिव केसेस भी आए हैं उस पे मशीन पे।
तो मैंने जब उनको वो दिखाया तो उनको लगा कि शायद हम ज़्यादा कुछ कर गए हैं और ये काम तो यहाँ पे चल रहा है। तो सर कोविड-19 ਜਦੋਂ ਦਾ ਸ਼ੁਰੂ ਹੋਇਆ ਮੇਰੇ ਖਿਆਲ ਮਾਰਚ ਵਿੱਚ, ਤਾਂ ਸਾਰੇ ਡਿਪਾਰਟਮੈਂਟਸ ਨੇ, ਚਾਹੇ ਉਹ ਐਡਮਿਨਿਸਟ੍ਰੇਸ਼ਨ ਸਾਈਡ, ਸਾਡੇ ਮਾਨਯੋਗ ਡੀਸੀ ਸਾਹਿਬ, ਐਸਡੀਐਮ ਸਾਹਿਬ, ਏਡੀਸੀ ਮੈਡਮ, ਹੈਲਥ ਡਿਪਾਰਟਮੈਂਟ, ਬਾਕੀ ਸਾਰਿਆਂ ਨੇ ਬਹੁਤ ਵਧੀਆ ਕੰਮ ਕੀਤਾ। ਇਸ ਲਈ ਜਦੋਂ ਸਾਡੀਆਂ ਵੀਸੀਆਂ ਹੁੰਦੀਆਂ ਜਾਂ ਮੀਟਿੰਗ ਹੁੰਦੀਆਂ, ਮੋਗੇ ਦਾ ਨਾਮ ਹੀ ਲਿਆ ਜਾਂਦਾ ਵੀ ਮੋਗੇ ਦਾ ਕੰਮ ਠੀਕ ਹੈ। ਅਗਰ ਐਸੀ ਕੋਈ ਘਟਨਾ ਹੋ ਜਾਂਦੀ ਹੈ ਤਾਂ ਉਹ ਬਹੁਤ ਮੰਦਭਾਗੀ ਹੈ। ਕੰਪਲੇਂਟ ਮੇਰੇ ਕੋਲੇ ਆਈ ਆ ਡਾਕਟਰ ਰੀਤੂ ਜੈਨ ਦੀ, ਉਹਦੇ ਤੇ ਜੋ ਵੀ ਨਿਯਮਾਂ ਅਨੁਸਾਰ ਹੋਊਗੀ ਬਣਦੀ ਕਾਰਵਾਈ ਹੋਊਗੀ। ਮੇਰਾ ਅੱਜ ਕਰੋਨਾ ਕਰਕੇ ਇਕਾਂਤਵਾਸ ਦਾ ਦੂਸਰਾ ਦਿਨ ਹੈ, ਪਰ ਤੁਹਾਡੇ ਬਹੁਤ ਸਾਰੇ ਫੋਨ ਆਏ। ਤੁਹਾਡੀਆਂ ਦੁਆਵਾਂ ਦੀ ਬਦੌਲਤ ਮੈਂ ਬਿਲਕੁਲ ਤੰਦਰੁਸਤ ਹਾਂ। ਔਰ ਮੈਨੂੰ ਇਸ ਗੱਲ ਦਾ ਜ਼ਰੂਰ ਅਫਸੋਸ ਹੈ ਕਿ ਜਿਨ੍ਹਾਂ ਲੋਕਾਂ ਦੀ ਚੈਨ ਵਾਸਤੇ, ਤੰਦਰੁਸਤੀ ਵਾਸਤੇ ਮੈਂ ਦਿਨ ਰਾਤ ਭੱਜਿਆ ਫਿਰਦਾ, ਕਰੋਨਾ ਕਰਾ ਲਿਆ, ਉਹ ਮੈਨੂੰ ਇੱਥੇ ਇਕਾਂਤਵਾਸ 'ਚ ਬੈਠੇ ਨੂੰ ਵੀ ਚੈਨ ਨਾਲ ਨਹੀਂ ਟਿਕਣ ਦਿੰਦੇ। ਬੜੇ ਮੇਰੇ ਭਰਾਵਾਂ ਦਾ, ਪੱਤਰਕਾਰਾਂ ਦਾ ਫੋਨ ਆਇਆ ਕਿ ਸਿਵਲ ਹਸਪੀਟਲ ਦੇ ਵਿੱਚ ਜਿਹੜਾ ਕੁਛ ਹੋਇਆ। ਮੈਂ ਪਹਿਲਾਂ ਤਾਂ 3-4 ਵੀਡੀਓਜ਼ ਨੇ, ਜਿਹਨੂੰ ਲੋੜ ਆ ਮੈਂ ਉਹਨੂੰ ਭੇਜ ਦੂੰਗਾ। ਮੈਂ ਤਾਂ ਆਪਣੇ ਲੋਕਾਂ ਨਾਲ ਹਰ ਵੇਲੇ ਖੜਾ ਰਿਹਾ, ਚਾਹੇ ਉਹ ਇਹਨਾਂ ਸਿਵਲ ਹਸਪੀਟਲ ਦੇ ਡਾਕਟਰਸ, ਪੈਰਾਮੈਡੀਕਲ ਸਟਾਫ ਦਾ, ਇਹਨਾਂ ਦੇ ਸਿਵਲ ਸਰਜਨ ਨਾਲ ਰੌਲਾ ਪੈ ਗਿਆ ਸੀ, ਚਾਹੇ ਮੇਰੇ ਬਾਜ਼ਾਰ ਵਾਲਿਆਂ ਨਾਲ ਪੈ ਗਿਆ। ਹੁਣ ਵੀ ਮੈਂ ਲਿਸਟ ਮੈਂ ਕੋਈ ਮੇਰੇ ਆਪਣੇ ਮਾਸੀ ਦੇ ਮੁੰਡੇ ਨਹੀਂ ਹੈਗੇ, ਮੇਰੇ ਆਪਣੇ ਲੋਕ ਨੇ ਮੋਗੇ ਜ਼ਿਲ੍ਹੇ ਦੇ, ਮੇਰੇ ਆਪਣੇ ਭੈਣ ਭਰਾ, ਬਜ਼ੁਰਗ, ਮਾਤਾਵਾਂ, ਬੱਚੇ ਆ ਜਿਹੜੇ NRIs ਨੇ, ਜਿਹੜੇ 6-6 ਮਹੀਨਿਆਂ ਤੋਂ ਆਪਣੇ ਕਾਰੋਬਾਰਾਂ ਤੋਂ, ਪਰਿਵਾਰਾਂ ਤੋਂ ਇੱਥੇ ਬੈਠੇ ਨੇ ਅਤੇ ਉਹਨਾਂ ਨੇ ਬਾਹਰ ਜਾਣਾ ਚਾਹੁੰਦੇ ਨੇ। ਹੁਣ ਜਹਾਜ਼ ਚੱਲੇ ਆ, ਟੈਸਟ ਕਰਾਉਣਾ ਲਾਜ਼ਮੀ ਆ। ਮੈਂ ਉਹਨਾਂ ਦੀ ਲੜਾਈ ਲੜ ਰਿਹਾ ਔਰ ਮੈਂ ਤਾਂ ਕਿਸੇ ਨੂੰ ਕੋਈ ਮਾੜਾ ਸ਼ਬਦ ਨਹੀਂ ਕਿਹਾ। ਉਹ ਲੇਡੀ ਡਾਕਟਰ ਜਿਨ੍ਹਾਂ ਦਾ ਐਡਾ ਬਵਾਲ ਬਣਾਤਾ ਇਹਨਾਂ ਨੇ, ਮੈਨੂੰ ਪਤਾ ਇਸ ਗੱਲ ਦਾ। ਮਹਿੰਦਰਪਾਲ ਲੂੰਬਾ ਜੀ ਝਾੜੂ ਨੂੰ ਬਿਲੋਂਗ ਕਰਦੇ ਆ, ਪਾਰਟੀ ਨੂੰ। ਜਿਹੜੇ ਦੂਜੇ ਇੱਕ ਹੈਗੇ ਨੇ ਡਾਕਟਰ SMO ਤਾਂ ਲੱਗੇ ਨੇ ਉਹ ਬੱਧਣੀ ਗਗਨ, ਅਤੇ ਸਾਰਾ ਦਿਨ ਉਹ ਰਾਜਨੀਤੀ ਮੋਗੇ ਹੀ ਕਰਦੇ। ਇਸ ਤਰ੍ਹਾਂ ਹੀ ਇੰਦਰਵੀਰ ਡਾਕਟਰ SMO ਤਾਂ ਡਰੋਲੀ ਲੱਗੇ ਨੇ, ਪਰ ਇਹ ਰਾਜਨੀਤੀ ਸਾਰਾ ਦਿਨ ਮੋਗੇ ਹੀ ਕਰਦੇ। ਇਹਨਾਂ ਨੇ ਇਸ ਨੂੰ ਰਾਜਨੀਤਿਕ ਮੁੱਦਾ ਬਣਾ ਕੇ ਐਡਾ ਉਭਾਰ ਲਿਆ। ਪਰ ਕੋਈ ਗੱਲ ਨਹੀਂ, ਮੈਂ ਹਮੇਸ਼ਾ ਆਪਣੇ ਲੋਕਾਂ ਲਈ ਲੜਿਆ, ਲੜਦਾ ਰਹੂੰਗਾ। ਮੇਰੇ 'ਤੇ ਜੋ ਵੀ ਇਹਨਾਂ ਨੇ ਕੁਛ ਕਿਹਾ, ਮੈਂ ਉਹ ਸਿਰ ਮੱਥੇ ਆ, ਪਰ ਮੈਂ ਆਪਣੇ ਲੋਕਾਂ ਵਾਸਤੇ ਕਦੇ ਲੜਾਈ ਛੱਡੂੰਗਾ ਨਹੀਂ। ਉਹਨਾਂ ਦੇ ਟੈਸਟ ਕਰਾਉਣੇ ਜ਼ਰੂਰੀ ਆ। ਜੇ ਮੈਂ ਕਿਸੇ ਦੀ ਪ੍ਰਾਇਓਰਟੀ ਲਿਸਟ ਦੇਤੀ ਕਿ ਆਹ ਬੰਦੇ ਨੇ ਜਿਨ੍ਹਾਂ ਨੇ ਜਹਾਜ਼ ਫੜਨਾ ਆ, ਇਹਨਾਂ ਦੇ ਟੈਸਟ ਨਾ ਹੋਏ ਤਾਂ ਜਹਾਜ਼ ਚੜ੍ਹਨ ਨਹੀਂ ਦੇਣਾ, ਉਹ ਮੈਂ ਤਾਂ ਕਰਕੇ ਕਿਹਾ ਸੀ ਕਿ ਇਹਨਾਂ ਨੂੰ ਐਮਰਜੈਂਸੀ ਆ, ਇਹਨਾਂ ਦੇ ਟੈਸਟ ਪਹਿਲਾਂ ਕਰ ਦਿਓ। ਮੇਰੇ ਵਰਗੇ ਬੰਦੇ ਦਾ ਜਿਹੜਾ ਇੱਥੇ ਬੈਠਾ, ਉਹਦਾ ਕਰੋਨਾ ਕੱਲ੍ਹ ਨੂੰ ਵੀ ਟੈਸਟ ਹੋ ਜਾਊਗਾ, ਤਾਂ ਕੋਈ ਐਮਰਜੈਂਸੀ ਨਹੀਂ ਐਡੀ ਹੈਗੀ। ਪਰ ਉਹ ਜਿਹੜੇ ਬੰਦਿਆਂ ਦਾ 6 ਮਹੀਨਿਆਂ ਪਿੱਛੋਂ ਜਹਾਜ਼ ਚੱਲਣ ਲੱਗਾ, ਉਹਨਾਂ ਵਾਸਤੇ ਐਮਰਜੈਂਸੀ ਸੀ। ਸੋ ਲਿਸਟ ਵਾਜ਼ ਦੈਟ, ਨੋਟ ਮਾਈ ਪਰਸਨਲ ਲਿਸਟ। ਜਿਹੜੀ ਬਦਲੀ ਦੀ ਗੱਲ ਕਰਦੇ ਆ, ਮੇਰਾ ਤਾਂ ਇਹ ਇਸ਼ੂ ਬਣਿਆ ਹੈਗਾ 11 ਤਰੀਕ ਨੂੰ, ਅਤੇ ਉੱਥੇ ਜਿਹੜੀ ਬਦਲੀ ਹੋਈ ਆ ਉਹਦੇ 'ਚ ਲਿਸਟ ਦੇਖੋ, 10 ਤਰੀਕ ਨੂੰ ਲਿਸਟ ਜਿਹੜੀ ਆ ਉਹ ਬਣ ਗਈ ਸੀ, ਜਿਹਦੇ 'ਚ ਬਦਲੀ ਹੋਈ ਵੀ ਆ ਮੈਂ ਉਹਦੇ ਡਾਕਟਰਸ ਦੀ। ਔਰ ਉਹਨਾਂ ਨੂੰ 12-14 ਸਾਲ ਹੋ ਗਏ ਹੋਣੇ ਆ ਇੱਥੇ ਬੈਠਿਆਂ ਨੂੰ। ਤਾਂ ਇਹ ਸਰਕਾਰੀ ਨੌਕਰੀ ਹੈ, ਕੋਈ ਸਾਰੀ ਉਮਰ ਦਾ ਥੋੜ੍ਹੀ ਗਦੌੜਾ ਫੇਰਿਆ ਵੀ ਇੱਥੇ ਹੀ ਰਹਿਣਾ। ਔਰ ਸਾਡੇ ਕੋਲ ਮੋਗੇ 'ਚ 3 ਮਾਈਕਰੋਬਾਇਓਲੋਜਿਸਟ ਨੇ, 2 MSc ਮਾਈਕਰੋਬਾਇਓਲੋਜੀ, 1 MD ਮਾਈਕਰੋਬਾਇਓਲੋਜੀ। ਤਾਂ ਫਿਰ ਕੀ ਹੋ ਗਿਆ ਜੇ ਉਹ 10-12 ਸਾਲ ਇੱਥੇ ਨੌਕਰੀ ਕਰ ਲਈ, ਉਹਨਾਂ ਦੀ ਬਦਲੀ ਹੋ ਗਈ, ਤਾਂ ਕੋਈ ਕਹਿਰ ਥੋੜ੍ਹੀ ਆ ਗਿਆ ਇਹ। ਔਰ ਉਹ ਵੀ ਮੇਰਾ ਇਸ਼ੂ 11 ਨੂੰ ਰੇਜ਼ ਹੋਇਆ, ਉਹਨਾਂ ਦੀ ਬਦਲੀ ਦੀ ਲਿਸਟ ਜਿਹੜੀ ਆ ਉਹ 10 ਨੂੰ ਬਣੀ ਪਈ ਹੈ। ਔਰ ਜਿਹੜੀ ਕਰਪਸ਼ਨ ਦੇ ਚਾਰਜਿਸ ਦੀ ਗੱਲ ਕਰਦੇ, ਉਹ ਮੈਂ ਨਹੀਂ ਲਾਏ, ਉਹ ਤਾਂ 3 ਅਗਸਤ ਨੂੰ ਜਿਹੜੇ ਬੰਦਿਆਂ ਨੂੰ ਇੱਥੇ ਟੈਸਟ ਨਹੀਂ ਹੋਏ, ਇਹਨਾਂ ਨੇ ਫਰੀਦਕੋਟ ਭੇਜਤਾ, ਸਿਵਲ ਸਰਜਨ ਫਰੀਦਕੋਟ ਨੂੰ, SMO ਫਰੀਦਕੋਟ ਨੂੰ, ਉਹ ਬੰਦਿਆਂ ਨੇ ਕੰਪਲੇਂਟ ਕੀਤੀ ਆ। ਔਰ ਉਹ ਜਿਹੜੀ ਕਰਪਸ਼ਨ ਦੇ ਚਾਰਜਿਸ ਹੈ ਉਹ ਉੱਥੇ ਲੱਗੇ ਆ। ਸੋ ਮੈਂ ਤਾਂ ਇਹੀ ਬੇਨਤੀ ਕਰੂੰਗਾ ਕਿ ਕਮ ਸੇ ਕਮ ਮੈਨੂੰ, ਜਿਸ ਬੰਦੇ ਨੇ ਤੁਹਾਡੀ ਲੜਾਈ ਲੜੀ ਆ, ਤੁਹਾਡੀ ਤੰਦਰੁਸਤੀ ਵਾਸਤੇ ਮੈਂ ਕਰੋਨਾ ਕਰਾਈ ਬੈਠਾ, ਮੈਨੂੰ ਚੈਨ ਨਾਲ 4 ਦਿਨ ਕੱਟ ਲੈਂਦੇ ਹੋ। ਰਾਜਨੀਤੀ ਆਪਾਂ ਫੇਰ ਕਰ ਲਾਂਗੇ। ਥੈਂਕ ਯੂ।
ਤਾਂ ਇਹ ਸਰਕਾਰੀ ਨੌਕਰੀ ਹੈ, ਕੋਈ ਸਾਰੀ ਸਾਰੀ ਉਮਰ ਦਾ ਥੋੜੀ ਗਦੌੜਾ ਫੇਰਿਆ ਵੀ ਇੱਥੇ ਹੀ ਰਹਿਣਾ। ਔਰ ਸਾਡੇ ਕੋਲ ਮੋਗੇ 'ਚ 3 ਮਾਈਕਰੋਬਾਇਓਲੋਜਿਸਟ ਨੇ, 2 MSc ਮਾਈਕਰੋਬਾਇਓਲੋਜੀ, 1 MD ਮਾਈਕਰੋਬਾਇਓਲੋਜੀ। ਤਾਂ ਫਿਰ ਕੀ ਹੋ ਗਿਆ ਜੇ ਉਹ 10-12 ਸਾਲ ਇੱਥੇ ਨੌਕਰੀ ਕਰ ਲਈ, ਉਹਨਾਂ ਦੀ ਬਦਲੀ ਹੋ ਗਈ, ਤਾਂ ਕੋਈ ਕਹਿਰ ਥੋੜ੍ਹੀ ਆ ਗਿਆ ਇਹ। ਔਰ ਉਹ ਵੀ ਮੇਰਾ ਇਸ਼ੂ 11 ਨੂੰ ਰੇਜ਼ ਹੋਇਆ, ਉਹਨਾਂ ਦੀ ਬਦਲੀ ਦੀ ਲਿਸਟ ਜਿਹੜੀ ਆ ਉਹ 10 ਨੂੰ ਬਣੀ ਪਈ ਹੈ। ਔਰ ਜਿਹੜੀ ਕਰਪਸ਼ਨ ਦੇ ਚਾਰਜਿਸ ਦੀ ਗੱਲ ਕਰਦੇ ਹੋ, ਮੈਂ ਨਹੀਂ ਲਾਏ, ਉਹ ਤਾਂ 3 ਅਗਸਤ ਨੂੰ ਜਿਹੜੇ ਬੰਦਿਆਂ ਨੂੰ ਇੱਥੇ ਟੈਸਟ ਨਹੀਂ ਹੋਏ ਇਹਨਾਂ ਨੇ ਫਰੀਦਕੋਟ ਭੇਜਤਾ, ਸਿਵਲ ਸਰਜਨ ਫਰੀਦਕੋਟ ਨੂੰ, SMO ਫਰੀਦਕੋਟ ਨੂੰ, ਉਹ ਬੰਦਿਆਂ ਨੇ ਕੰਪਲੇਂਟ ਕੀਤੀ ਆ। ਔਰ ਉਹ ਜਿਹੜੀ ਕਰਪਸ਼ਨ ਦੇ ਚਾਰਜਿਸ ਹੈ ਉਹ ਉੱਥੇ ਲੱਗੇ ਆ। ਸੋ ਮੈਂ ਤਾਂ ਇਹੀ ਬੇਨਤੀ ਕਰੂੰਗਾ ਕਿ ਕਮ ਸੇ ਕਮ ਮੈਨੂੰ, ਜਿਸ ਬੰਦੇ ਨੇ ਤੁਹਾਡੀ ਲੜਾਈ ਲੜੀ ਹੈ, ਤੁਹਾਡੀ ਤੰਦਰੁਸਤੀ ਵਾਸਤੇ ਮੈਂ ਕਰੋਨਾ ਕਰਾਈ ਬੈਠਾ, ਮੈਨੂੰ ਚੈਨ ਨਾਲ 4 ਦਿਨ ਕੱਟ ਲੈਂਦੇ ਹੋ। ਰਾਜਨੀਤੀ ਆਪਾਂ ਫੇਰ ਕਰ ਲਾਂਗੇ। ਥੈਂਕ ਯੂ।